दर्शन दिदारे करके लाहा प्राप्त कर रहे हो। गुरु प्यारी साध संगत जो हुक्म होया है कुछ समय वास्ते परिवार वालों ਉਹਦੇ ਅਨੁਸਾਰ ਹਾਜ਼ਰੀ ਭਰਨ ਦੀ ਅਸੀਸ ਬਖਸ਼ਣੀ। ਇਸ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਮੁਖ ਪਰਿਵਾਰ ਨੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਔਰ ਨਾ ਕੋਏ। ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ਮਾਨ ਗ੍ਰਹਿ ਵਿਖੇ ਕਰਵਾ ਕੇ ਅਤੇ ਪਵਿੱਤਰ ਗੁਰਬਾਣੀ ਦੇ ਪ੍ਰਵਾਹ ਆਰੰਭ ਕਰਵਾਏ ਹਨ। ਗੁਰੂ ਕੀ ਸਾਧ ਸੰਗਤ ਐਸ ਚੱਲ ਰਹੇ ਸਮੇਂ ਦੇ ਵਿੱਚ ਪਰਿਵਾਰ ਧੰਨਤਾ ਯੋਗ ਹੈ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਖੰਡ ਪਾਠ ਸਾਹਿਬ ਤੋਂ ਜਾਂ ਸਹਿਜ ਪਾਠ ਤੋਂ ਅਸੀਂ ਬਹੁਤ ਪਿੱਛੇ ਰਹਿੰਦੇ ਜਾਂਦੇ ਹਾਂ। ਅਤੇ ਮਹਾਂਪੁਰਖ ਸੱਚਖੰਡ ਵਾਸੀ ਸਾਹਿਬ ਬਾਬਾ ਦਇਆ ਸਿੰਘ ਸਾਹਿਬ ਜੀ ਸੁਰ ਸਿੰਘ ਵਾਲੇ, ਉਹਨਾਂ ਦੇ ਵਰਸ ਆਏ ਹੋਏ ਬਾਬਾ ਅਵਤਾਰ ਸਿੰਘ ਸਾਹਿਬ ਜੀ, ਇਸੇ ਤਰ੍ਹਾਂ ਆਪਣੇ ਬਾਬਾ ਸਿਲਵਰਾ ਜੀ ਦਾ ਜਿਹੜਾ ਮੁੱਢਲਾ ਸਥਾਨ ਹੈ ਝੰਡੇਰਮਾ ਪੁਰਖਾਂ ਵਾਲੇ ਬਾਬਾ ਮੁਖਤਾਰ ਸਿੰਘ ਸਾਹਿਬ ਜੀ, ਉਹਨਾਂ ਵੱਲੋਂ ਕਈ ਵਾਰ ਇਹ ਬਚਨ ਹੋਇਆ ਹੈ ਕਿ ਭਾਈ ਸੰਗਤਾਂ ਨੂੰ ਇਹ ਜ਼ਰੂਰ ਬੇਨਤੀ ਕਰਨੀ ਚਾਹੀਦੀ ਹੈ। ਆਮ ਕਰਕੇ ਅਸੀਂ ਇਹ ਬਹਾਨਾ ਬਣਾ ਲੈਂਦੇ ਹਾਂ, ਸਾਡੇ ਕੋਲ ਇੰਨੀ ਜੋ ਸਾਂਭ ਸੰਭਾਲ ਨਹੀਂ ਹੁੰਦੀ। ਗੁਰੂ ਮਹਾਰਾਜ ਦੇ ਚਰਨ ਘਰ ਲਿਆਣ ਕੇ ਪਾਉਣੇ ਹਨ ਅਤੇ ਅਸੀਂ ਸੇਵਾ ਨਹੀਂ ਕਰ ਸਕਦੇ। ਭਾਈ ਮਹਾਰਾਜ ਦਾ ਸਰੂਪ ਤੇ ਉਹੀ ਘਰ ਵਿੱਚ ਆਉਣਾ ਹੈ। ਭਾਵੇਂ ਆਪਾਂ 2-3 ਘੰਟਿਆਂ ਵਾਸਤੇ ਲਿਆਉਂਦੇ ਹਾਂ, ਭਾਵੇਂ ਅਖੰਡ ਪਾਠ ਸਾਹਿਬ ਹੈ, ਸਤਿਕਾਰ ਤੇ ਮਹਾਰਾਜ ਦਾ ਉਹੀ ਹੈ ਜੇ ਮਨ ਵਿੱਚ ਸਮਝਿਆ ਜਾਵੇ। ਬਾਕੀ ਗੱਲ ਰਹੀ ਕਿ ਅੱਜ ਕੱਲ੍ਹ ਦੇ ਖਰਚੇ ਦੇ ਹਿਸਾਬ ਦੇ ਨਾਲ ਅਸੀਂ ਹੋਰ ਵੀ ਕਈ ਤਰ੍ਹਾਂ ਦੇ ਖਰਚੇ ਕਰਦੇ ਹਾਂ, ਪਰ ਜੇ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਇਸ ਦੀ ਆਰਾਧਨਾ ਕਰਵਾਈ ਜਾਵੇ ਘਰ ਵਿੱਚ, ਅਤੇ ਕੋਈ ਇੱਕ ਸ਼ਬਦ ਕਿਸੇ ਨੂੰ ਦੱਸਦਾ ਹੈ ਅਤੇ ਉਹਦਾ ਕਿੰਨਾ ਫਲ ਲੋਕ ਮੰਨਦੇ ਹਨ। ਅਤੇ ਮਹਾਰਾਜ ਨੇ 1430 ਅੰਗ ਲੇਖ ਕਰਕੇ ਕਲਯੁਗੀ ਜੀਵਾਂ 'ਤੇ ਪਰਉਪਕਾਰ ਕੀਤਾ ਹੈ। ਅਤੇ ਉਹਨਾਂ ਮਹਾਂਪੁਰਸ਼ਾਂ ਦਾ ਕਈ ਵਾਰ ਇਹ ਬਚਨ ਹੋਇਆ ਹੈ ਕਿ ਭਾਈ ਸੰਗਤਾਂ ਨੂੰ ਜ਼ਰੂਰ ਬੇਨਤੀ ਕਰਿਆ ਕਰੋ ਕਿ ਮਹਾਰਾਜ ਨੇ ਇਹ ਮੋਹਰ ਲਾਈ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬੀੜ ਤਿਆਰ ਕੀਤੀ, ਪੰਜਵੇਂ ਪਾਤਸ਼ਾਹ ਨੇ ਹੁਕਮ ਕੀਤਾ ਭਾਈ ਇਸ ਬਾਣੀ ਤੋਂ ਪਿੱਛੇ ਨਾ ਹਟਿਓ। ਹੁਣੇ ਆਪ ਜੀ ਨੇ ਸਰਵਣ ਕੀਤਾ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਸਾਰਾ ਸ਼ਬਦ ਸੰਗਤਾਂ ਆਮ ਜਾਣਦੀਆਂ ਹਨ। ਸੋ ਸਤਿਗੁਰੂ ਜੀ ਕਹਿੰਦੇ ਭਾਈ ਇਸ ਕਰਕੇ ਇਸ ਬਾਣੀ ਦੇ ਨਾਲ ਜੁੜ ਕੇ ਰਹਿਣਾ ਹੈ। ਅਤੇ ਜਿਹੜਾ ਸਾਰੇ ਮਹਾਰਾਜ ਜੀ ਦੇ ਗੁਰਬਾਣੀ ਦੇ ਦਰਸ਼ਨ ਕਰਦਾ ਹੈ, ਪਾਠ ਸਰਵਣ ਕਰਦਾ ਹੈ, ਅਤੇ ਬਹੁਤ ਵੱਡਾ ਇਹਦਾ ਮਹਾਤਮ ਹੈ। ਜੇ ਹੋ ਸਕੇ ਅਖੰਡ ਪਾਠ ਸਾਹਿਬ 'ਤੇ ਬਹੁਤ ਵੱਡੀ ਕਿਰਪਾ ਹੈ, ਨਹੀਂ ਤਾਂ ਸਹਿਜ ਪਾਠ ਜਾਂ ਕੋਈ ਹੋਰ ਸਪਤਾਹ ਪਾਠ ਆਦਿਕ ਜਿੰਨੀ ਵੀ ਪਹੁੰਚ ਹੋ ਸਕੇ ਮਹਾਰਾਜ ਦੀ ਬਾਣੀ ਦਾ ਪ੍ਰਵਾਹ ਚਲਾਉਣਾ ਬੜੀ ਵੱਡੀ ਕਿਰਪਾ ਗੁਰੂ ਦੀ ਹੋਵੇ ਅਤੇ ਇਹ ਭਾਗ ਪ੍ਰਾਪਤ ਹੁੰਦਾ ਹੈ। ਇਹ ਪਰਿਵਾਰ ਨੂੰ ਮਹਾਰਾਜ ਨੇ ਸਮਾਂ ਬਖਸ਼ਿਆ ਹੈ ਅਤੇ ਇਹਨਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਵੀ ਆਰਾਧਨਾ ਕਰਵਾਈ, ਫਿਰ ਬਾਣੀ ਦੀ ਆਰਾਧਨਾ ਕਰਵਾਈ ਹੈ। ਸੋ ਆਓ ਗੁਰੂ ਪਿਆਰੀ ਸਾਧ ਸੰਗਤ, ਹੁਣ ਆਏ ਮੁੱਖ ਵਾਕ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ, ਇਸ ਸਮੇਂ 'ਤੇ ਆਈ ਸੰਗਤ ਨੂੰ, ਗੁਰਮੁਖ ਪਰਿਵਾਰ ਨੂੰ, ਅਤੇ ਆਓ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ। ਮਹਾਰਾਜ ਕਿਰਪਾ ਕਰਨਾ ਅਤੇ ਸਤਿਗੁਰੂ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਇਹਦੇ ਅਨੁਸਾਰ ਆਪਾਂ ਨੂੰ ਚੱਲਣ ਦੀ, ਜੀਵਨ ਬਣਾਉਣ ਦੀ ਸਮਰੱਥਾ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਧ ਸੰਗਤ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਕੇ ਤੇ ਜੀਆਂ 'ਤੇ ਪਰਉਪਕਾਰ ਕੀਤਾ ਹੈ, ਜਿਸ ਵਿੱਚ ਮਹਾਰਾਜ ਜੀ ਉਸ ਪਰਮੇਸ਼ਰ ਦੀ ਵਡਿਆਈ, ਉਹਦੀ ਸਮਰੱਥਾ, ਉਹਦੀ ਬੇਅੰਤਤਾ ਅਤੇ ਉਹਦੀ ਸਿਫਤ ਕਰਨ ਦੀ ਸਾਨੂੰ ਜਾਚ ਦੱਸ ਰਹੇ ਹਨ। ਆਪ ਮਹਾਰਾਜ ਦੇ ਗੁਣ ਗਾ ਕੇ ਉਹਦੀ ਸਿਫਤ ਕਰਕੇ ਕਿ ਭਾਈ ਉਹ ਸਾਡਾ ਮਾਲਕ ਕਿੱਡਾ ਵੱਡਾ ਹੈ, ਕਿੰਨੀਆਂ ਸ਼ਕਤੀਆਂ ਬਰਕਤਾਂ ਦਾ ਮਾਲਕ ਹੈ।
ਤੇ ਜੇ ਇਹਦਾ ਏਡਾ ਵੱਡਾ ਜਿਹਦਾ ਪਰਮੇਸ਼ਰ ਨਾਲ ਹੋਵੇ ਤੇ ਉਹਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ। ਪਰ ਅਫਸੋਸ ਹੈ ਕਿ ਇਹਦੇ ਉੱਪਰ ਬਚਨਾਂ ਦੇ ਅਨੁਸਾਰ ਚੱਲਣ ਵਾਲਾ ਜਾਂ ਇਹਦੇ ਚਰਨਾਂ ਦਾ ਭਰੋਸਾ, ਬਚਨਾਂ ਦੇ ਭਰੋਸਾ ਕਰਨ ਵਾਲਾ ਬਹੁਤ ਵਡਭਾਗੀ ਕੋਈ ਇਸ ਸਮੇਂ ਵਿੱਚ ਲਾਹਾ ਪ੍ਰਾਪਤ ਕਰਦਾ ਹੈ। ਸੋ ਮਹਾਰਾਜ ਜੀ ਕਥਨ ਕਰਦੇ ਹਨ, ਜੋ ਇਸ ਸ਼ਬਦ ਦੇ ਵਿੱਚ ਆਓ ਸੁਣਨ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਸਾਡਾ ਠਾਕੁਰ, ਠਾਕੁਰ ਤੋਂ ਪਾ ਬਹੁਤ ਸਤਿਕਾਰਯੋਗ, ਜਿਹਦਾ ਮਾਣ ਆਦਰ ਦੇ ਨਾਲ ਕਿਸੇ ਦੀ ਸੋਭਾ, ਕਿਸੇ ਦੇ ਨਾਲ ਬਚਨ ਕੀਤਾ ਜਾਵੇ, ਪ੍ਰੇਮ ਸਤਿਕਾਰ ਸਹਿਤ ਬੇਨਤੀ ਤੌਰ 'ਤੇ ਬਚਨ ਕੀਤਾ ਜਾਵੇ, ਉਹਨੂੰ ਵੱਡਾ ਸਮਝ ਕੇ, ਵੱਡੀ ਤਾਕਤ ਵਾਲਾ ਸਮਝ ਕੇ, ਗੁਣ ਵਾਲਾ ਸਮਝ ਕੇ ਉਹਦੇ ਅੱਗੇ ਜਿਵੇਂ ਬਚਨ ਕਰੀਦਾ ਹੈ, ਬੇਨਤੀ ਕਰੀਦੀ ਹੈ, ਇਸ ਪ੍ਰਕਾਰ ਪਰਮੇਸ਼ਰ ਅੱਗੇ ਇਹ ਬੇਨਤੀ ਕਰ ਰਹੇ ਹਨ ਮਹਾਰਾਜ। ਹੇ ਮਹਾਰਾਜ, ਤੂੰ ਵੱਡਾ ਸਾਡਾ ਮਾਲਕ ਹੈ, ਠਾਕੁਰ। ਜਿਵੇਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਵਡੇਰੇ ਹੋਏ ਹਨ, ਉਹਨਾਂ ਦੀ ਵੀ ਜਿਹੜੀ ਸੰਗਿਆ ਸੀ, ਜਿਹਨੂੰ ਆਪਾਂ ਅਲ ਕਹਿ ਦਿੰਦੇ ਹਾਂ, ਠਾਕੁਰ ਜੀ ਕਰਕੇ ਵਰਤਿਆ ਜਾਂਦਾ ਹੈ। ਅਤੇ ਮਹਾਰਾਜ ਜੀ ਦੇ, ਗੁਰੂ ਰਾਮਦਾਸ ਜੀ ਦੇ ਜਿਹੜੇ ਪਿਤਾ ਜੀ ਸਨ ਸਤਿਕਾਰਯੋਗ ਬਾਬਾ ਹਰਦਾਸ ਜੀ, ਉਹਨਾਂ ਦਾ ਵੀ ਇਹ ਪਿੱਛੋਂ ਪਿਛੋਕੜ ਤੋਂ ਇਹੀ ਨਾਂ ਉਹਨਾਂ ਦੇ ਖਾਨਦਾਨ ਵਿੱਚ ਵਰਤਿਆ ਜਾਂਦਾ ਸੀ ਸਤਿਕਾਰ ਨਾਲ। ਇਸੇ ਪ੍ਰਕਾਰ ਮਹਾਰਾਜ ਜੀ ਪਰਮੇਸ਼ਰ ਨੂੰ ਕਹਿ ਰਹੇ, ਤੂੰ ਸਾਡਾ ਸੱਚਾ ਪਿਤਾ ਹੈ ਤੇ ਨਾਇਕ ਖਸਮ ਹਮਾਰੇ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਪਹਿਲਾਂ ਦਾਤੇ ਕਿਹਾ ਹੈ, ਕਿਉਂਕਿ ਦਾਤਾ ਉਹ ਕਿਹਾ ਜਾਂਦਾ ਜਿਹੜਾ ਕਿਸੇ ਕੋਲੋਂ ਮੰਗਦਾ ਨਹੀਂ। ਹੋਰ ਜਿੰਨੇ ਵੀ ਦੁਨੀਆ 'ਤੇ ਕਹਿ ਦਿੰਦੇ ਅਸੀਂ ਆਹ ਚੀਜ਼ ਦੇ ਦਿੰਦੇ ਹਾਂ, ਆਹ ਦੇ ਦਿੰਦੇ ਹਾਂ, ਉਹ ਅੱਗੇ ਕਿਸੇ ਕੋਲੋਂ ਮੰਗ ਰਹੇ ਹਨ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਗਏ ਹਨ ਦਰਸ਼ਨ ਦਿਦਾਰੇ ਕਰਨ ਵਾਸਤੇ, ਅਤੇ ਉੱਥੇ ਮਹਾਰਾਜ ਨੇ ਉਹਨਾਂ ਨੂੰ ਐਸਾ ਚਮਤਕਾਰ ਵਿਖਾਇਆ ਹੈ ਕਿ ਨੌਜਵਾਨ ਸ਼ਕਲ ਵਾਲੀ ਇੱਕ ਬੀਬੀ ਮਹਾਰਾਜ ਦੇ ਦਰਬਾਰ ਵਿੱਚ ਝਾੜੂ ਫੇਰ ਰਹੀ ਹੈ, ਕੇਸਾਂ ਦੇ ਨਾਲ ਦੱਸਿਆ ਗਿਆ ਇਤਿਹਾਸ ਵਿੱਚ। ਅਤੇ ਉਸ ਵੇਲੇ ਉਹ ਬੜੇ ਹੈਰਾਨ ਹੋਏ ਕਿ ਕੀ ਕੌਤਕ ਹੈ। ਅਤੇ ਜਦੋਂ ਉਹਨੂੰ ਪੁੱਛਿਆ ਗਿਆ ਤਾਂ ਉਹਨੇ ਕਿਹਾ, ਭਾਈ ਮੈਂ ਦੇਵੀ ਹਾਂ, ਅਤੇ ਜੋ ਮੇਰੇ ਸੇਵਕ ਮੇਰੇ ਕੋਲੋਂ ਕੁਝ ਮੰਗਦੇ ਹਨ, ਮੈਂ ਇਸ ਦਰ ਤੋਂ ਲੈ ਕੇ ਇਹਨਾਂ ਦੇ ਘਰ ਦੀ ਸੇਵਾ ਕਰਕੇ ਝਾੜੂ ਫੇਰ ਕੇ ਫਿਰ ਆਪਣੇ ਸੇਵਕਾਂ ਨੂੰ ਵੰਡਦੀ ਹਾਂ। ਇੱਕ ਗੱਲ ਵੇਖ ਕੇ, ਜਿਹੜਾ ਚਮਤਕਾਰ ਵੇਖ ਕੇ, ਤੇ ਭਾਈ ਲਹਿਣਾ ਜੀ ਨੇ ਸੋਚਿਆ ਕਿ ਜੇ ਇਹਨੇ ਇੱਥੋਂ ਸਭ ਕੁਝ ਮੰਗਣਾ ਹੈ ਤੇ ਮੈਂ ਜਿਹੜੀ ਦੇਵੀ ਦੇ ਦਰਸ਼ਨ ਦੀਦਾਰ ਕਾਰਨ ਜਾਂਦਾ ਹਾਂ ਤੇ ਮੈਨੂੰ ਤੇ ਉਹ ਮੋਢੀ ਮਿਲ ਗਿਆ, ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਉਹਦੇ ਕੋਲੋਂ ਮੰਗੀਏ, ਜਿਹੜਾ ਆਪ ਸਾਰਿਆਂ ਨੂੰ ਵੰਡਦਾ, ਕਿਸੇ ਕੋਲੋਂ ਆਪ ਮੰਗਦਾ ਨਹੀਂ। ਉਹ ਦਾਤਾ ਇੱਕ ਹੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਾਕੀ ਸਾਰੇ ਮੰਗਤੇ ਹਨ, ਉਹਦੇ ਦਰ ਤੋਂ ਮੰਗਦੇ ਹਨ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਪ੍ਰਤਪਾਲਕ ਕਹਿੰਦੇ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਸਾਂਭ ਸੰਭਾਲ ਕਰਦਾ ਹੈ, ਪਾਲਣਾ ਪੋਸ਼ਣ ਕਰਦਾ ਹੈ, ਇਵੇਂ ਪਰਮੇਸ਼ਰ ਸਾਰੇ ਜੀਆਂ ਦੀ ਸੰਭਾਲ ਕਰਦਾ ਹੈ। ਅਤੇ ਫਿਰ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਾਇਕ ਕਹਿੰਦੇ ਜਿਵੇਂ ਕਿਸੇ ਚੀਜ਼ ਦਾ ਕੋਈ ਮੋਢੀ ਹੁੰਦਾ ਹੈ, ਜਿਵੇਂ ਆਪ ਦੂਜੇ ਹੋਰ ਕਈ ਤਰ੍ਹਾਂ ਦੇ ਅੱਜ ਕੱਲ੍ਹ ਦੇ ਨਾਟਕਾਂ ਚੇੜਕਾਂ ਦੇ ਵਿੱਚ ਜਿਹੜਾ ਮੁੱਖ ਪਾਤਰ ਹੋਵੇ ਇਹਨੂੰ ਹੀਰੋ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਿਹੜਾ ਮੁਖੀ ਹੈ ਪਰਮੇਸ਼ਰ ਹੈ, ਸਭ ਤੋਂ ਮੁੱਖ ਹੈ, ਜਿਹਦੇ ਤੋਂ ਸਾਰੀ ਸ੍ਰਿਸ਼ਟੀ ਉਹਦੀ ਸਤਾ ਨਾਲ ਚੱਲ ਰਹੀ ਹੈ। ਇਸ ਪ੍ਰਕਾਰ ਮਹਾਰਾਜ ਦੀਆਂ ਸਿਫਤਾਂ ਕਰਦੇ ਹੋਏ ਉਹਦੇ ਅੱਗੇ ਬੇਨਤੀ ਕਰ ਰਹੇ ਹਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ, ਹਮ ਬਾਰਿਕ ਤੁਮਰੇ ਧਾਰੇ। ਫਿਰ ਮਹਾਰਾਜ ਜੀ ਕਹਿੰਦੇ, ਹੇ ਪਰਮੇਸ਼ਰ, ਤੂੰ ਏਡਾ ਵੱਡਾ ਪਰਉਪਕਾਰੀ ਹੈ, ਏਡੀ ਸਾਡੀ ਸਾਂਭ ਸੰਭਾਲ ਕਰਨ ਵਾਲਾ ਹੈ ਕਿ ਇੱਕ ਨਿਮਖ ਹੀ ਸਾਡੇ ਤੋਂ ਦੂਰ ਨਹੀਂ ਹੁੰਦਾ। ਨਿਮਖ ਕਹਿੰਦੇ ਹਨ, ਇਹਦਾ ਸਿੱਧਾ ਅਰਥ ਸੋਚਣਾ ਹੈ ਤੇ ਅੱਖ ਫਰਕਣ ਜਿੰਨਾ ਸਮਾਂ ਗਿਣ ਲਈਏ। ਅਤੇ ਸਤਿਗੁਰੂ ਜੀ ਕਹਿੰਦੇ, ਤੂੰ ਆਪਣੇ ਸੇਵਕਾਂ ਤੋਂ ਜਿਹੜੇ ਤੈਨੂੰ ਯਾਦ ਕਰਦੇ ਹਨ, ਤੂੰ ਇੱਕ ਨਿਮਖ ਦੇ ਹਿਸਾਬ ਦੇ ਨਾਲ, ਇੰਨੇ ਸਮੇਂ ਦੇ ਨਾਲ ਵੀ ਉਹਨਾਂ ਦੇ ਨਾਲ ਨਾਲ ਰਹਿੰਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਾਂ ਉੱਠ ਧਾਵੇ। ਸਤਿਗੁਰੂ ਜੀ ਕਹਿੰਦੇ ਉੱਠ ਕੇ ਨਾਲ ਦੌੜਦਾ ਹੈ ਜਿੱਧਰ ਉਹਦਾ ਸੇਵਕ ਜਾਂਦਾ ਹੈ, ਕਿ ਕਿਤੇ ਇਹਦੇ ਕੋਲੋਂ ਵਾਧ ਘਾਟ ਨਾ ਹੋ ਜਾਵੇ, ਉਹਨਾਂ ਦੀ ਰੱਖਿਆ ਕਰਦਾ ਹੈ। ਇਸ ਕਰਕੇ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਹੇ ਪਰਮੇਸ਼ਰ, ਤੂੰ ਸਦਾ ਸਾਡੀ ਸਾਂਭ ਸੰਭਾਲ ਕਰਦਾ ਹੈ, ਅਤੇ ਅਸੀਂ ਬਾਰਕ ਤੇਰੇ ਬੱਚੇ ਹਾਂ, ਤੇਰੇ ਪੈਦਾ ਕੀਤੇ, ਤੇਰੇ ਬਣਾਏ ਹੋਏ ਹਾਂ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਤੁਮ ਦਾਤੇ
ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੋਂ ਮਾਤ ਪਿਤਾ ਹਮ ਬਾਰਕ ਤੇਰੇ। ਕਈ ਵਾਰ ਅਸੀਂ ਬਾਲਕ ਕਹਿ ਦਿੰਦੇ ਹਾਂ, ਅਰਥ ਤੇ ਉਹੀ ਬਣਦਾ ਹੈ, ਪਰ ਜੋ ਗੁਰੂ ਸਾਹਿਬ ਜੀ ਨੇ ਅੱਖਰ ਵਰਤੇ ਹਨ ਇਸ ਸ਼ਬਦ ਦੇ ਵਿੱਚ ਉਹ ਬਾਰਕ ਕਰਕੇ ਲਿਰਾਰੇ ਦੇ ਨਾਲ ਆਉਂਦਾ ਹੈ। हे ਪਰਮੇਸ਼ਰ, ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਮਾਤਾ ਹੈ, ਤੂੰ ਪਿਤਾ ਹੈ, ਤੂੰ ਸੱਚਾ ਮਾਲਕ ਹੈ, ਸਭ ਦੀ ਸੰਭਾਲ ਕਰਨ ਵਾਲਾ ਹੈ। ਜੀਵਾ ਏਕ ਕਮਣ ਗੁਣ ਕਹੀਆ। हे ਅਕਾਲ ਪੁਰਖ ਪਰਮੇਸ਼ਰ ਜੀ, ਤੇਰੇ ਗੁਣ ਤੇ ਬੇਅੰਤ ਹਨ। ਜਿਵੇਂ ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕਦਾ, ਕਿੰਨਾ ਲੰਮਾ, ਕਿੰਨਾ ਚੌੜਾ, ਕਿੰਨਾ ਡੂੰਘਾ ਹੈ, ਤੇ ਤੇਰੀ ਵੀ ਕੋਈ ਗਤੀ ਨਹੀਂ ਪਾ ਸਕਦਾ, ਤੇਰਾ ਅੰਤ ਨਹੀਂ ਪਾ ਸਕਦਾ। ਤੇ ਇਸ ਕਰਕੇ ਸਾਡੀ ਜ਼ੁਬਾਨ ਇੱਕ ਬਹੁਤ ਛੋਟੀ ਜੀ ਹੈ, ਇਹ ਸਰੀਰ ਦਾ ਟੁਕੜਾ ਹੈ ਮਾਸ ਦਾ, ਇਹ ਤੇਰਾ ਕਿਵੇਂ ਅੰਤ ਪਾ ਲਵੇਗੀ। ਸਤਿਗੁਰੂ ਜੀ ਕਹਿੰਦੇ ਜਿਹੜਾ ਸ਼ੇਸ਼ ਨਾਗ ਹੈ, ਸਹਿਸ ਪਨੀ ਕਿਹਾ, ਜਿਹਦੀ 1000 ਜ਼ੁਬਾਨ ਹੈ, ਤੇ 1000 ਜ਼ੁਬਾਨ ਦੇ ਨਾਲ ਰੋਜ਼ ਹੀ ਨਵੇਂ ਤੋਂ ਨਵਾਂ 1000 ਨਾਮ ਪਰਮੇਸ਼ਰ ਦਾ ਰੋਜ਼ ਨਵਾਂ ਨਾਮ ਲੈਂਦਾ ਹੈ, ਤੇ ਫਿਰ ਵੀ ਕਹਿੰਦਾ ਮਹਾਰਾਜ ਤੇਰੇ ਨਾਮ ਦਾ ਅੰਤ ਨਹੀਂ ਆਉਂਦਾ, ਕਿ ਤੂੰ ਬੇਅੰਤ ਹੈ, ਤੇ ਸਾਡੀ ਇੱਕ ਜ਼ੁਬਾਨ ਤੇਰਾ ਅੰਤ ਕਿਵੇਂ ਪਾ ਲਵੇ। ਅਸੀਂ ਤੇ ਸੁਣ ਜੋਗੇ ਵੀ ਨਹੀਂ, ਅਸੀਂ ਕਹਿੰਦੇ ਛੇਤੀ ਸਮਾਪਤੀ ਹੋ ਜਾਵੇ ਤੇ ਅਸੀਂ ਇੱਥੋਂ ਜਾਈਏ। ਪਰ ਉਹ ਧੰਨ ਹਨ ਜਿਹੜੇ ਨਾਮ ਦੇ ਨਾਲ ਜੁੜ ਗਏ, ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਕਿ ਜਿਹਦੇ ਕੋਲ ਬੈਠੇ ਹਾਂ ਉਹੀ ਸਾਡੇ ਕਾਰਜ ਸਵਾਰਨ ਵਾਲਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਸ ਕਰਕੇ हे ਪਰਮੇਸ਼ਰ, ਜੀਵਾ ਏਕ ਕਵਣ ਗੁਣ ਕਹੀਏ, ਕਿਹੜੇ ਕਿਹੜੇ ਤੇਰੇ ਗਾਉਣਾ ਕਰੀਏ। ਤੂੰ ਆਪ ਕਿਰਪਾ ਕਰ ਸਾਡੇ ਤੇ, ਅਸਹਿਮਤ ਕਰਨਾ ਕਰ, ਸਾਨੂੰ ਸੋਝੀ ਬਖਸ਼ਣਾ ਕਰ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਆ। हे ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਤੇਰਾ ਬੇਸੁਮਾਰ, ਸੁਮਾਰ ਕਹਿੰਦੇ ਅੰਤ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੂੰ ਸਦਾ ਹੀ ਬੇਅੰਤ ਹੈ ਤੇ ਬੇਅੰਤ ਰਵੇਂਗਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅੱਜ ਸਾਨੂੰ ਇਹ ਸਿੱਖਿਆ ਮਿਲਦੀ ਕਿ ਹੋਸੀ ਵੀ ਸੱਚ ਤੱਕ ਮੂਲ ਮੰਤਰ ਪੜ੍ਹੋ ਹੀ ਨਾ। ਜਿੱਥੇ ਗੁਰੂ ਨਾਨਕ ਦਾ ਨਾਮ ਆਉਂਦਾ ਹੈ ਉਹ ਕੱਢ ਹੀ ਦਿੱਤਾ ਸਾਨੂੰ ਸਿੱਖਿਆ ਪੜ੍ਹਾਉਣ ਵਾਲਿਆਂ ਨੇ, ਪਰ ਜਿਨ੍ਹਾਂ ਨੇ ਇਹ ਮੂਲ ਮੰਤਰ ਬਣਾਇਆ ਹੈ ਉਹਦਾ ਵਿੱਚ ਨਾਂ ਹੀ ਨਹੀਂ ਵਰਤਿਆ ਜਾਂਦਾ। ਇਸ ਕਰਕੇ ਪਰਮੇਸ਼ਰ ਸੋਝੀ ਬਖਸ਼ੇ। ਮਹਾਰਾਜ ਕਥਨ ਕਰਦੇ ਹਨ, ਇਹ ਪਰਮੇਸ਼ਰ ਬੇਸੁਮਾਰ ਬੇਅੰਤ ਸੁਆਮੀ, ਤੇਰੇ ਅੰਤ ਨਾ ਕਿਨਹੀ ਲਈਏ। ਤੂੰ ਬੇਅੰਤ ਹੈ ਪਰਮੇਸ਼ਰ, ਤੇਰਾ ਅੰਤ ਕਿਸੇ ਤਰ੍ਹਾਂ ਨਹੀਂ ਲਿਆ ਜਾ ਸਕਦਾ। ਪਰ ਜੇ ਅਸੀਂ ਕਹੀਏ ਅੰਤ ਆਉਂਦਾ ਨਹੀਂ ਤੇ ਉਹਨੂੰ ਛੱਡ ਹੀ ਦਈਏ, ਯਾਦ ਕਰਨਾ ਇਹ ਵੀ ਨਹੀਂ। ਜਿਹੜੇ ਉਹਨੂੰ ਯਾਦ ਕਰਦੇ ਹਨ ਉਹਦਾ ਇੱਕ ਦਿਨ ਰੂਪ ਹੋ ਜਾਂਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ। ਹੁਣੇ ਆਪ ਜੀ ਨੇ ਆ ਕੱਲ੍ਹ ਪਰਸੋਂ 2-3 ਦਿਨ ਜਿਹੜਾ ਸਮਾਗਮ ਲੰਘਿਆ ਹੈ, ਵੱਡਾ ਪੁਰਬ, ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਦਿਹਾੜਾ ਸੰਗਤਾਂ ਨੇ ਮਨਾਇਆ ਹੈ। ਗੁਰੂ ਕੀ ਸਾਧ ਸੰਗਤ, ਉਹ ਇੱਕ ਗੁਰੂ ਕੇ ਸੇਵਕ ਸਨ, ਤੇ ਉਹ ਤਾਂ ਵੇਖੋ ਕਿ ਜੇ ਉਹ ਗੁਰੂ ਨੂੰ ਮੰਨਣ ਵਾਲੇ ਹਨ ਉਹਨਾਂ ਦਾ ਕਿੰਨਾ ਸਤਿਕਾਰ ਹੈ, ਕਿਉਂਕਿ ਜਿਨ੍ਹਾਂ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਇਸ ਕਰਕੇ ਉਹ ਪਰਮੇਸ਼ਰ ਦਾ ਰੂਪ ਬਣ ਜਾਂਦੇ ਹਨ। ਰਹਾਉ ਤੋਂ ਭਾਵ ਸ਼ਬਦ ਦਾ ਮੁੱਖ ਭਾਵ ਮਹਾਰਾਜ ਜੀ ਇਹਨਾਂ ਤੁਕਾਂ ਵਿੱਚ ਦੱਸਦੇ ਹੋਏ ਅੱਗੇ ਕਿਰਪਾ ਕਰਦੇ ਕਿ ਇੱਕ ਦੀ ਸ਼ਰਨ ਵਿੱਚ ਰਹਿਣਾ ਕਰੋ। ਓਟ ਪਰਾਧ ਹਮਾਰੇ ਖੰਡੋ, ਅਨੇਕ ਵਿਧੀ ਸਮਝਾਵੋ। ਫਿਰ ਉਹਦੇ ਗਾੜੀ ਆਪਣੇ ਗੁਣ ਨਾ ਚਿਤਾਰੀਏ, ਆਪਣੀ ਚਿਤਰਾਈ ਨਾ ਦਸੀਏ। ਅੱਜ ਕੱਲ੍ਹ ਦੀ ਸਾਡੀ ਆਦਤ ਹੈ ਕਿ ਅਸੀਂ ਕਿਸੇ ਦੇ ਔਗਣ ਲੱਭਦੇ ਹਾਂ, ਗਲਤੀ ਭਾਵੇਂ ਆਪ ਕੋਲੋਂ ਹੋਵੇ ਤੇ ਜਿਹੜੀ ਗਲਤੀ ਕਿਸੇ ਦੇ ਜਿੰਮੇ ਲਾ ਦਿੰਦੇ ਹਾਂ। ਗੁਣ ਆਪਣਾ ਵਿਖਾਉਂਦੇ ਹਾਂ ਲੋਕਾਂ ਨੂੰ ਕਿ ਸਾਡੇ ਵਿੱਚ ਆਹ ਗੁਣ ਹੈ, ਤੇ ਮਹਾਰਾਜ ਸਾਰੇ ਗੁਣਾਂ ਦੇ ਵਿੱਚ ਸੰਪੂਰਨ। ਫਿਰ ਵੀ ਕਹਿੰਦੇ ਹਨ, ਹਮ ਔਗਣ ਭਰੇ ਏਕ ਗੁਣ ਨਾਹੀਂ। ਮਹਾਰਾਜ ਅਸੀਂ ਸਦਾ ਹੀ ਗਲਤੀਆਂ ਦੇ ਭਰੇ ਹਾਂ, ਤੇ ਸਾਡੇ ਵਿੱਚ ਇੱਕ ਵੀ ਗੁਣ ਨਾ ਹੋਵੇ ਤੇ ਅਸੀਂ ਕਹਿੰਦੇ ਅਸੀਂ ਗਲਤੀ ਕਰਦੇ ਨਹੀਂ, ਤੇ ਫਿਰ ਸਾਨੂੰ ਸਿੱਖਿਆ ਕੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਹਾਰਾਜ ਸਾਡੇ 'ਚ ਜਿਹੜੇ ਕਰੋੜਾਂ ਹੀ ਅਪਰਾਧ ਹਨ, ਕਿਉਂਕਿ ਇੱਕ ਪਾਪ ਹੁੰਦਾ, ਇੱਕ ਅਪਰਾਧ ਹੁੰਦਾ। ਪਾਪ ਇਹਦੇ ਵਿੱਚ ਇਹ ਅੰਤਰ ਹੈ ਕਿ ਇੱਕ ਜਿਹੜਾ ਮਨ ਦੇ ਵਿੱਚ ਹੁੰਦੀ ਕਿਸੇ ਦੀ ਬੁਰੀ ਗੱਲ ਤੱਕਣੀ, ਬੁਰਾ ਤੱਕਣਾ, ਹਰ ਵੇਲੇ ਕਿਸੇ ਦੀ ਚੀਜ਼ ਵੇਖ ਕੇ ਸਾੜਾ ਕਰਨਾ, ਇੱਕ ਹੱਥੀਂ ਪਾਪ ਕਰਨਾ। ਉਹ ਜਿਹੜਾ ਹੱਥੀਂ ਕਿਸੇ ਦਾ ਪਾਪ ਕਰਨਾ ਉਹਦੇ ਨਾਲ ਮਨ ਵਿੱਚ ਜਿਹੜਾ ਬੁਰਾ ਤੱਕਣਾ ਇਹ ਸਭ ਤੋਂ ਵੱਡਾ ਗੁਨਾਹ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਓ। ਮਹਾਰਾਜ ਸਾ ਤੇਰੇ ਕੋਲ ਅਨੇਕਾਂ ਤਰ੍ਹਾਂ ਦੀ ਸੋਝੀ ਹੈ, ਤੂੰ ਸਾਨੂੰ ਸਮਝਾਉਣਾ ਕਰ, ਸਾਡੀ ਵਾਧ ਘਾਟ ਤੋਂ ਬਚਾ ਕੇ ਸਾਨੂੰ ਸ਼ੁਭ ਰਸਤੇ ਪਾਉਣਾ ਕਰ। ਕਿਉਂਕਿ ਸਾਡੀ ਮੱਤ ਜਿਹੜੀ ਹੈ ਉਹ ਜਿਹੜੀ ਹੈ ਘਟੀਆ ਹੈ, ਤੇ ਤੂੰ ਆਪਣੀ ਸਮੱਤ ਬਖਸ਼ ਕੇ ਸਾਨੂੰ ਅਸਲ ਜੀਵਨ ਦੇ ਵੱਲੇ ਤੋਰਨਾ ਕਰ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ
ਬਿਰਦ ਰਖਾਵਹੁ। ਮਹਾਰਾਜ ਜੀ ਅਸੀਂ ਕੋਈ ਗਿਆਨ ਨਹੀਂ ਜਾਣਦੇ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ, ਕਿਉਂਕਿ ਜੇ ਸਾਨੂੰ ਗਿਆਨ ਹੋ ਜਾਵੇ, ਜਿਹਨੂੰ ਗਿਆਨ ਹੋ ਗਿਆ ਉਹਨੂੰ ਨਾਲ ਬ੍ਰਹਮ ਗਿਆਨ ਵੀ ਹੋ ਜਾਂਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਜਿਹੜਾ ਅਸਲ ਗਿਆਨੀ ਉਹਨੂੰ ਕਿਹਾ ਜਾਂਦਾ ਹੈ ਜਿਹਨੂੰ ਕਿਸੇ ਧਰਮ ਦੀ ਕੋਈ ਗੱਲ ਪੁੱਛ ਲਵੇ, ਪਰਮੇਸ਼ਰ ਦੇ ਬਾਰੇ ਕੋਈ ਗੱਲ ਪੁੱਛ ਲਵੇ ਤੇ ਉਹਦਾ ਬਚਨ ਸੁਣਿਆ ਜੀਵ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਜਾਵੇ, ਅਸਲ ਉਹ ਗਿਆਨੀ ਮੰਨਿਆ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਦੀ ਨਿਸ਼ਾਨੀ ਇਹ ਹੈ, ਭੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾਨ। ਉਹ ਨਾ ਕਿਸੇ ਨੂੰ ਡਰਾਵੇ ਤੇ ਨਾ ਕਿਸੇ ਦਾ ਡਰ ਮਨ ਵਿੱਚ ਰੱਖੇ। ਇੱਕ ਪਰਮੇਸ਼ਰ ਦਾ ਭਾਵ ਰੱਖਣ ਵਾਲਾ ਸਾਰੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਕੋਟ ਅਪਰਾਧ ਹਮਾਰੇ ਖੰਡੋ ਅਨਕ ਬਦੀ ਸਮਝਾਓ, ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਓ। ਮਹਾਰਾਜ ਸਾਡੀ ਮਤ ਵੀ ਥੋੜੀ ਹੈ, ਪਰ ਤੇਰਾ ਜਿਹੜਾ ਬਿਰਦ ਹੈ, ਤੇਰਾ ਕਾਨੂੰਨ ਹੈ, ਤੇਰਾ ਸੁਭਾਅ, ਤੇਰੀ ਮਰਜ਼ਾਦਾ ਹੈ ਕਿ ਤੂੰ ਫਿਰ ਵੀ ਦਇਆ ਕਰਦਾ ਹੈ, ਤਰਸ ਕਰਦਾ ਹੈ, ਔਗਣੇ ਆਰਿਆਂ ਨੂੰ ਵੀ ਬਖਸ਼ ਲੈਂਦਾ ਹੈ। ਇਸ ਕਰਕੇ ਉਸ ਤਰ੍ਹਾਂ ਸਾਡੇ ਤੇ ਤਰਸ ਕਰ। ਜੇ ਅਸੀਂ ਲੇਖਾ ਕਰਨ ਲੱਗੀਏ ਤੇ ਕਦੇ ਵੀ ਛੁੱਟ ਨਹੀਂ ਸਕਦੇ, ਖਿਣ ਖਿਣ ਭੁੱਲਣ ਹਾਰ ਹਾਂ, ਪਰ ਤੂੰ ਸਾਡੇ ਤੇ ਤਰਸ ਕਰਕੇ ਸਾਨੂੰ ਆਪਣੇ ਬਣਾ ਲੈ। ਤੁਮਰੀ ਸਰਨ ਤੁਮਾਰੀ ਆਸਾ, ਤੁਮਹੀ ਸਜਣ ਸਹੇਲੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਤੇ ਇਹਨਾਂ ਅੰਤਲੀਆਂ ਤੁਕਾਂ ਦੇ ਵਿੱਚ ਕਿਰਪਾ ਕਰਦੇ ਹਨ ਕਿ ਮਹਾਰਾਜ ਤੇਰੀ ਹੀ ਅਸੀਂ ਜਿਹੜੀ ਸ਼ਰਨ ਤੱਕੀ ਹੈ, ਤੇਰਾ ਆਸਰਾ ਤੱਕਿਆ ਹੈ। ਤੁਮਰੀ ਸ਼ਰਨ ਤੁਮਾਰੀ ਆਸਾ, ਤੇਰੀ ਆਸ ਮਨ ਵਿੱਚ ਧਾਰਨ ਕੀਤੀ ਹੈ, ਸਾਰੇ ਆਸਰੇ ਛੱਡ ਦਿੱਤੇ ਹਨ। ਤੁਮ ਹੀ ਸੱਜਣ ਸਹੇਲੇ। ਸੱਜਣ ਉਹ ਹੈ, ਸਤਿਗੁਰੂ ਜੀ ਕਹਿੰਦੇ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ। ਜਿੱਥੇ ਵੀ ਕੋਈ ਜਾਵੇ ਉਹਦੇ ਨਾਲ ਉਹਦਾ ਸੱਜਣ ਜਿਹੜਾ ਸਾਥ ਨਿਭਾਵੇ, ਅਸਲ ਉਹ ਸੱਜਣ ਕਿਹਾ ਜਾਂਦਾ ਹੈ। ਜਦੋਂ ਸੱਜਣ ਠੱਗ ਦੇ ਕੋਲ ਮਹਾਰਾਜ ਗਏ ਤੇ ਜਦੋਂ ਉਹਦਾ ਨਾਂ ਪੁੱਛਿਆ ਤੇ ਉਹਦੀ ਕਰਤੂਤ ਵੇਖ ਕੇ ਜਦੋਂ ਨਾਂ ਪੁੱਛਿਆ, ਕਹਿੰਦਾ ਜੀ ਮੇਰਾ ਨਾਂ ਸੱਜਣ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਸੱਜਣ ਉਹ ਤੇ ਸਾਥ ਨਿਭਾਉਂਦਾ ਹੈ, ਤੇ ਤੇਰੇ ਕੋਲ ਜਿਹੜਾ ਆਉਂਦਾ ਤੇਰਾ ਸਾਥ ਕਰਨ, ਤੂੰ ਉਹਨਾਂ ਦਾ ਰਹਿਣ ਹੀ ਕੁਝ ਨਹੀਂ ਦਿੰਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਮਹਾਰਾਜ ਨੇ ਉੱਥੇ ਸ਼ਬਦ ਉਚਾਰਿਆ, ਇੱਕ ਸ਼ਬਦ ਸੁਣ ਕੇ ਉਹ ਸੱਜਣ ਠੱਗ ਨਹੀਂ ਰਹਿ ਗਿਆ, ਉਹ ਰੱਬ ਦਾ ਰੂਪ ਹੋ ਗਿਆ। ਅਸੀਂ ਪਤਾ ਨਹੀਂ ਕਿੰਨਾ ਕੁਝ ਸੁਣਦੇ ਹਾਂ ਤੇ ਕੋਈ ਸਾਡੇ ਪੱਲੇ ਨਹੀਂ ਪੈਂਦਾ। ਗੁਰੂ ਕਿਰਪਾ ਕਰੇ। ਇਸ ਕਰਕੇ ਮਹਾਰਾਜ ਤੂੰ ਸਾਡਾ ਸਹੇਲਾ, ਅਸਲ ਸਾਥੀ ਹੈ, ਤੇ ਇਸ ਕਰਕੇ ਤਾਂ ਤੇਰੀ ਸ਼ਰਨ ਤੱਕੀ ਹੈ। ਜਿਵੇਂ ਇੱਕ ਰਾਜੇ ਦੇ ਘਰ ਕੋਈ ਬੱਚਾ ਨਹੀਂ ਸੀ, ਸੰਖੇਪ ਵਿੱਚ ਬੇਨਤੀ ਹੈ, ਜ਼ਿਆਦਾ ਸਮਾਂ ਨਹੀਂ, ਤੇ ਬੜੇ ਥਾਵਾਂ ਤੇ ਗਿਆ, ਉਹਦੇ ਘਰ ਪੁੱਤਰ ਨਾ ਹੋਇਆ। ਆਖਰ ਇੱਕ ਥਾਂ ਉਹਨੂੰ ਕਿਸੇ ਨੇ ਦੱਸਿਆ ਕਿ ਤੂੰ ਕਿਸੇ ਦਾ ਬੱਚਾ ਲੈ, ਜਿਹੜਾ ਕੋਈ ਖੁਸ਼ੀ ਨਾਲ ਆਪਣਾ ਬੱਚਾ ਦੇਵੇ, ਉਹਦੀ ਬਲੀ ਦੇ, ਤਾਂ ਤੇਰੇ ਘਰ ਪੁੱਤਰ ਹੋਵੇਗਾ। ਅੱਜ ਵੀ ਕਈ ਐਸੇ ਚਾਂਸ ਹੋ ਰਹੇ ਹਨ। ਮਹਾਰਾਜ ਸੋਝੀ ਬਖਸ਼ੇ। ਗੁਰੂ ਕੀ ਸਾਧ ਸੰਗਤ ਇਸ ਤਰ੍ਹਾਂ ਰਾਜੇ ਨੇ ਢੰਡੋਰਾ ਫਰਾਇਆ ਤੇ ਕਿਸੇ ਦੇ 4-5 ਪੁੱਤਰ ਸਨ। ਉਹਨਾਂ ਨੂੰ ਜਾ ਕੇ ਪੁੱਛਿਆ, ਭਾਈ ਤੁਸੀਂ ਕੋਈ ਪੁੱਤਰ ਆਪਣਾ ਦੇ ਸਕਦੇ ਹੋ? ਤੁਹਾਨੂੰ ਮਾਇਆ ਦੇ ਦਿੰਦੇ ਹਾਂ ਜਿੰਨੀ ਚਾਹੀਦੀ ਹੈ, ਤੇ ਅਸੀਂ ਰਾਜੇ ਦੀ ਇਹ ਮੰਗ ਪੂਰੀ ਕਰਨੀ ਹੈ। ਉਹਨਾਂ ਸੋਚਿਆ ਬਾਕੀ ਕਾਰੋਬਾਰ ਕਰਦੇ ਹਨ। ਇੱਕ ਸਾਧੂ ਸੰਤਾਂ ਦੇ ਨਾਲ ਵਿਹਲਾ ਫਿਰਦਾ ਰਹਿੰਦਾ, ਇਹਨੂੰ ਵਿਹਲਾ ਕਿਹਾ ਜਾਂਦਾ ਜਿਹੜਾ ਕੋਈ ਧਰਮ ਦੇ ਰਸਤੇ ਚੱਲਦਾ। ਦੂਜੇ ਕਹਿੰਦੇ ਸਾਡੇ ਕੋਲ ਕਿਹੜਾ ਸਮਾਂ, ਇਹ ਤੇ ਵਿਹਲੇ ਹਨ। ਤੇ ਉਹ ਕਹਿਣ ਲੱਗੇ ਇਹ ਲੈ ਜਾਓ। ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਭਾਈ, ਜਦੋਂ ਉਹਨੂੰ ਲੈ ਗਏ ਤੇ ਆਪ ਜਾਣਦੇ ਹੋ ਅੰਤ ਸਮੇਂ ਉਹਦੀ ਜਿਹੜੀ ਇੱਕ ਇੱਛਾ ਪੁੱਛਣੀ ਹੁੰਦੀ ਹੈ ਜ਼ਰੂਰੀ, ਕਿ ਤੇਰੀ ਕੋਈ ਮਨ ਦੇ ਵਿੱਚ ਇੱਛਾ ਹੈ ਅੰਤਲੇ ਸਮੇਂ ਤੇ ਦੱਸ ਦੇ, ਉਹ ਪੂਰੀ ਕੀਤੀ ਜਾਵੇ। ਉਹਨੇ ਕਿਹਾ ਮੈਨੂੰ ਇੱਕ ਵਾਰ ਪਰਮੇਸ਼ਰ ਦੀ ਆਰਾਧਨਾ ਕਰ ਲੈਣ ਦਿਓ। ਇਸ਼ਨਾਨ ਕਰਕੇ ਉਹਨੇ ਕੀ ਕੀਤਾ, 4 ਢੇਰੀਆਂ ਬਣਾਈਆਂ ਹਨ, ਤੇ ਉਹ 4 ਢੇਰੀਆਂ ਦੇ ਆਲੇ ਦੁਆਲੇ ਫਿਰਿਆ, ਵੇਖਿਆ ਉਹਨਾਂ ਦਾ ਹਿਸਾਬ ਕਿਤਾਬ, ਤੇ ਪਹਿਲਾ ਢੇਰੀ ਦਾ ਹਿਸਾਬ ਲਾਇਆ ਤੇ ਉਹਨੂੰ ਮੁੜ ਕੇ ਢਾਹ ਦਿੱਤਾ। ਦੂਜੀ ਲਾਗੇ ਗਿਆ, ਉਹ ਵੀ ਢਾਹ ਦਿੱਤੀ, ਤਿੰਨੇ ਢਾਹ ਦਿੱਤੀਆਂ, ਇੱਕ ਢੇਰੀ ਰਹਿ ਗਈ ਹੈ। ਤੇ ਉਸ ਵੇਲੇ ਉਹਦੀ ਪਰਿਕਰਮਾ ਕਰਕੇ ਉਹਦੇ ਅੱਗੇ ਝੁਕ ਗਿਆ, ਮੱਥਾ ਟੇਕ ਦਿੱਤਾ, ਤੇ ਰਾਜਾ ਖੜਾ ਇਹ ਸਭ ਕੁਝ ਵੇਖ ਰਿਹਾ, ਕੀ ਕੌਤਕ ਹੈ। ਗੁਰੂ ਕੀ ਸਾਧ ਸੰਗਤ, ਹੁਣ ਰਾਜਾ ਸੀ, ਰਾਜੇ ਦਾ ਹੱਠ ਵੀ ਬੜਾ ਹੁੰਦਾ ਤੇ ਰਾਜੇ ਦਾ ਦਿਮਾਗ ਵੀ ਬੜਾ ਹੁੰਦਾ ਹੈ। ਪਤਾ ਨਹੀਂ ਕਿੰਨਾ ਤਪ ਕੀਤਿਆਂ ਰਾਜ ਮਿਲਦਾ ਹੈ, ਤੇ ਜੇ ਮਾੜੇ ਪਾਸੇ ਤੁਰ ਜਾਵੇ ਤੇ ਨਰਕ ਦੇ ਵਿੱਚ ਵੀ ਜਾਂਦਾ। ਗੁਰੂ ਕਿਰਪਾ ਕਰੇ। ਇਸ ਕਰਕੇ ਉਹਨੇ ਸੋਚਿਆ ਕਿ ਮਾਰਨ ਤੋਂ ਪਹਿਲਾਂ ਨੂੰ ਕੁਝ ਪੁੱਛ ਲਈਏ। ਉਹ ਕਹਿਣ ਲੱਗਾ, ਹੇ ਬੱਚੇ ਤੂੰ ਇਹ ਕੰਮ ਕੀ ਕੀਤਾ ਹੈ? ਉਹ ਕਹਿੰਦਾ ਮੇਰੀ ਜੋ ਤੁਸੀਂ ਇੱਛਾ ਪੁੱਛੀ ਸੀ ਮੈਂ ਆਪਣੀ ਪੂਰੀ ਕਰ ਲਈ, ਹੁਣ ਤੁਸੀਂ ਆਪਣਾ ਕਾਰਜ ਪੂਰਾ ਕਰੋ। ਜਦੋਂ ਉਹਨੇ ਜ਼ਿਆਦਾ ਕਿਹਾ ਤੇ ਉਹਨੂੰ ਦੱਸਣਾ ਪਿਆ। ਉਹਨੇ ਕਿਹਾ ਪਹਿਲੀ ਢੇਰੀ ਮੈਂ ਮਾਂ ਪਿਓ ਦੀ ਬਣਾਈ ਸੀ, ਉਹਦੇ ਨਾਂ ਦੀ,
ਕਿ ਮੇਰੀ ਰਾਖੀ ਕਰੇਗਾ ਕੋਈ। ਮੇਰੇ ਮਨ 'ਚ ਆ ਗਈ, ਉਹਨਾਂ ਨੇ ਤੇ ਮੈਨੂੰ ਮਾਇਆ ਤੋਂ ਵੇਚ ਦਿੱਤਾ, ਉਹਨਾਂ ਮੇਰੀ ਕਿੱਥੋਂ ਸੰਭਾਲ ਕਰਨੀ ਹੈ। ਦੂਜੀ ਢੇਰੀ ਰਾਜੇ ਦੀ ਬਣਾਈ ਕਿ ਰਾਜਾ ਪ੍ਰਜਾ ਦਾ ਰਾਖਾ ਹੁੰਦਾ ਹੈ, ਤੇ ਰਾਜਾ ਤੇ ਆਪਣੇ ਘਰ ਪੁੱਤਰ ਹੋਣ ਵਾਸਤੇ ਮੈਨੂੰ ਮਰਵਾ ਰਿਹਾ, ਤੇ ਤੇਰੀ ਮੈਨੂੰ ਪਰਵਾਹ ਨਹੀਂ, ਮੈਂ ਤੇਰੀ ਵੀ ਢੇਰੀ ਢਾਹ ਦਿੱਤੀ ਹੈ। ਤੀਜੀ ਜਿਹੜੀ ਉਹ ਦੇਵੀ ਦੇਵਤਿਆਂ ਦੇ ਨਾਂ ਦੀ ਬਣਾਈ, ਤੇ ਮੈਨੂੰ ਇਹ ਪਤਾ ਲੱਗਾ ਕਿ ਦੇਵੀ ਮੇਰੀ ਬਲੀ ਮੰਗਦੀ ਹੈ, ਉਹਨੇ ਮੈਨੂੰ ਬਚਾਉਣਾ ਨਹੀਂ, ਇਸ ਕਰਕੇ ਮੈਂ ਕਿਸੇ ਦਾ ਵੀ ਆਸਰਾ ਨਹੀਂ ਤੱਕਿਆ। ਜਿਹੜੀ ਚੌਥੀ ਢੇਰੀ ਹੈ ਖੁਦ ਪਰਮੇਸ਼ਰ ਦੇ ਨਾਂ ਦੀ ਬਣਾਈ ਹੈ, ਜਿਹਦਾ ਕੋਈ ਨਾ ਹੋਵੇ ਉਹਦਾ ਉਹ ਮਾਲਕ ਹੁੰਦਾ ਹੈ, ਇਸ ਕਰਕੇ ਮੈਂ ਉਹਦੇ ਅੱਗੇ ਝੁਕ ਗਿਆ। ਜੇ ਤੂੰ ਮੈਨੂੰ ਰੱਖੇ ਤੇ ਕੋਈ ਮਾਰ ਨਹੀਂ ਸਕਦਾ, ਤੇ ਜੇ ਤੇਰੇ ਸਵਾਸ ਦਿੱਤੇ ਤੂੰ ਮੰਗ ਲਵੇਂ ਤੇ ਕੋਈ ਬਚਾ ਨਹੀਂ ਸਕਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਜਦੋਂ ਰਾਜੇ ਦਾ ਇਹ ਖਿਆਲ ਸੁਣਿਆ ਤੇ ਮਨ ਵਿੱਚ ਬੜੀ ਵੱਡੀ ਵਿਚਾਰ ਆਈ ਕਿ ਏਡਾ ਪਰਮੇਸ਼ਰ ਦਾ ਇਹ ਭਗਤ ਹੈ, ਅੱਗੇ ਪਤਾ ਨਹੀਂ ਮੈਂ ਕੀ ਪਾਪ ਕੀਤਾ, ਮੇਰੇ ਘਰ ਬੱਚਾ ਨਹੀਂ ਹੋਇਆ, ਤੇ ਜੇ ਮੈਂ ਏਡੇ ਧਾਰਮਾਤਮਾ ਇਹ ਜੀਵ ਨੂੰ ਮਾਰ ਦੇਵਾਂ ਤੇ ਪਤਾ ਨਹੀਂ ਗਾਂ ਮੈਂ ਕਿਹੜੇ ਪਾਪਾਂ ਨੂੰ ਫੜਿਆ ਜਾਵਾਂਗਾ। ਉਹਨੂੰ ਆਪਣਾ ਪੁੱਤਰ ਬਣਾ ਲਿਆ ਤੇ ਇਹਨੂੰ ਰਾਜ ਭਾਗ ਸੌਂਪ ਦਿੱਤਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੇਰੀ ਆਸਾ ਤੱਕੀ ਹੈ, ਸਾਡਾ ਹੋਰ ਕੋਈ ਆਸਰਾ ਨਹੀਂ। ਤਾਂ ਹੀ ਸ਼ਬਦ ਪੜ੍ਹਿਆ ਜਾਂਦਾ ਆਮ ਕਰਕੇ ਸੰਗਤ ਵਿੱਚ, ਇੱਕ ਤੱਕਿਆ ਆਸਰਾ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਇਹ ਮਾਲਕ ਤੂੰ ਇੱਕ ਸਾਡਾ ਹੈ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਬੋਲੇ, ਤੁਮਈ ਸ਼ਰਨ ਤੁਮਾਰੀ ਆਸਾ, ਤੁਮਈ ਸਜਣ ਸੋਇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਬੋਲੇ। ਗੁਰੂ ਪਿਆਰੀ ਸਾਧ ਸੰਗਤ, ਇੱਥੇ ਅੱਜ ਦੀ ਇਹ ਵਿਚਾਰ ਦੀ ਵਿਸਰਾਮਤਾ ਹੈ, ਸ਼ਬਦ ਦੀ ਸੰਪੂਰਨਤਾ ਹੈ। ਮਹਾਰਾਜ ਜੀ ਇੱਥੇ ਸਾਨੂੰ ਸਿੱਖਿਆ ਅੰਤ ਵਿੱਚ ਇਹ ਦੇ ਰਹੇ ਹਨ ਸ਼ਬਦ ਦੇ ਸੰਪੂਰਨਤਾ 'ਤੇ, ਕਿ ਪਰਮੇਸ਼ਰ ਦੇ ਅੱਗੇ ਬੇਨਤੀ ਕਰੀਏ ਮਹਾਰਾਜ, ਇਸ ਕਰਕੇ ਰਾਖੋ ਰਾਖਣਹਾਰ ਦਿਆਲਾ ਨਾਨਕ ਕਰਕੇ ਕੋਲੇ, ਤੂੰ ਰੱਖਣਹਾਰ ਹੈ, ਤੇਰੇ ਵਿੱਚ ਤਾਕਤ ਹੈ, ਤੂੰ ਬਿਨਾਂ ਸਾਹਸ ਤੋਂ ਵੀ ਰੱਖ ਲੈਂਦਾ ਹੈ ਤੇ ਡੁੱਬਦਿਆਂ ਨੂੰ ਵੀ ਤਾਰ ਦਿੰਦਾ ਹੈ, ਤੇਰੇ ਵਿੱਚ ਮਹਾਰਾਜ ਇਹ ਸਾਰੀ ਸ਼ਕਤੀ ਹੈ। ਤੇ ਇਸ ਕਰਕੇ ਆਪਣੇ ਘਰ ਦਾ ਸਾਨੂੰ ਗੋਲਾ ਬਣਾ ਲਿਆ, ਕਿਉਂਕਿ ਗੋਲਾ ਤੇ ਨੌਕਰ ਜਿਹੜਾ ਇਹਦੇ ਵਿੱਚ ਫਰਕ ਹੁੰਦਾ ਹੈ। ਨੌਕਰ ਉਹ ਹੁੰਦਾ ਹੈ ਜਿਹੜਾ ਤਨਖਾਹ ਵਾਸਤੇ ਕੰਮ ਕਰਦਾ, ਉਹਦੇ ਅੰਦਰ ਭਾਵੇਂ ਕੋਈ ਪ੍ਰੇਮ ਸ਼ਰਧਾ ਨਾ ਹੋਵੇ, ਭਾਵੇਂ ਨੂੰ ਗਾਲਾਂ ਹੀ ਕੱਢਦਾ ਹੋਵੇ ਮਾਲਕ ਨੂੰ, ਉਹਦਾ ਬੁਰਾ ਹੀ ਤੱਕਦਾ ਹੋਵੇ, ਪਰ ਜਿਹੜਾ ਗੋਲਾ ਉਹ ਹੁੰਦਾ ਹੈ ਜਿਹੜਾ ਮਨੋਂ ਉਹਦੀ ਸੇਵਾ ਕਰਨ ਵਾਲਾ ਸਦਾ ਵਾਸਤੇ ਉਹਦਾ ਹੋ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਰਾਜਕੁਮਾਰੀਆਂ ਦੇ ਨਾਲ ਗੋਲੀਆਂ ਘੱਲੀਆਂ ਜਾਂਦੀਆਂ ਸਨ, ਕਿਉਂ ਸਦਾ ਵਾਸਤੇ ਉਹਦੀ ਸੇਵਾ ਕਰਨੀ, ਟਹਿਲ ਕਰਨੀ, ਉਹਦੇ ਨਾਲ ਕੰਮ ਧੰਦਾ ਕਰਾਉਣਾ। ਇਸ ਕਰਕੇ ਜਿਹੜਾ ਪਰਮੇਸ਼ਰ ਦਾ ਗੋਲਾ ਉਹ ਹੈ ਜਿਹੜਾ ਮੁੜ ਕੇ ਹੋਰ ਕਿਸੇ ਪਾਸੇ ਤੱਕਦਾ ਨਹੀਂ, ਉਹਦੇ ਹੁਕਮ ਦੇ ਵਿੱਚ ਸਦਾ ਆਪਣੀ ਜ਼ਿੰਦਗੀ ਸਫਲ ਕਰਦਾ ਹੈ। ਇਸ ਕਰਕੇ ਮਹਾਰਾਜ ਜੀ ਸਾਨੂੰ ਇਹ ਆਈ ਸੰਗਤ ਨੂੰ, ਪਰਿਵਾਰ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਉਸ ਮਾਲਕ ਅੱਗੇ ਇਵੇਂ ਬੇਨਤੀ ਕਰੋ ਤੇ ਸਾਰਿਆਂ ਦੀ ਬੇਨਤੀ ਸੁਣਦਾ ਹੈ ਤੇ ਉਹ ਸਾਰਿਆਂ ਦੇ ਕਾਰਜ ਸੰਪੂਰਨ ਕਰਦਾ ਹੈ। ਸਤਿਗੁਰ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾਸ, ਨਾਨਕ ਨਾਮ ਅਰਾਧਿਆ ਕਾਰਜ ਆਵੇ ਰਾਸ। ਇਹਦੇ ਨਾਲ ਹੀ ਇਸ ਵਿਚਾਰ ਦੀ ਸੰਪੂਰਨਤਾ ਮਹਾਰਾਜ ਜੀ ਕਿਰਪਾ ਕਰਨ। ਵਿਸਰਾਮਤਾ ਹੋਈਆਂ ਭੁੱਲਾਂ ਚੁਕਾਏ ਨੇ ਸਮੇਂ ਵਿੱਚ ਗੁਰੂ ਕੀ ਸਾਧ ਸੰਗਤ ਸਤਿਗੁਰੂ ਬਖਸ਼ਣ ਯੋਗ ਹੋਗਣਾ ਨੂੰ ਨਾ ਚਿਤਾਰਨ ਅੱਗੇ ਤੋਂ ਸੋਝੀ ਬਖਸ਼ਣੀ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨਾ। ਮਹਾਰਾਜ ਕਿਰਪਾ ਕਰਨ, ਧਰਮ ਦਾ, ਪੰਥ ਦਾ, ਸੰਗਤ ਦਾ ਵਾਧਾ ਹੋਵੇ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਗੁਰਬਾਣੀ ਦਾ ਸਤਿਕਾਰ ਕੀਤਾ, ਮਹਾਰਾਜ ਸਾਹਿਬ ਦੀ ਹਾਜ਼ਰੀ ਭੇਟਾ ਮਨਜ਼ੂਰ ਕਰਨ। ਸਭ ਨੂੰ ਆਪਣੇ ਚਰਨਾਂ ਦਾ ਪ੍ਰੇਮ ਗੁਰ ਸਿੱਖੀ ਜੀਵਨ ਬਖਸ਼ਣ। ਗੁਰੂ ਕੀ ਸਾਧ ਸੰਗਤ ਸੇਵਕ ਪਰਿਵਾਰ ਵੱਲੋਂ ਜੋ ਕੜਾਹ ਪ੍ਰਸ਼ਾਦ ਦੀ ਦੇਗ ਵਰਤਨ ਤੋਂ ਉਪਰੰਤ ਯਥਾ ਸ਼ਕਤ ਗੁਰੂ ਕਾ ਲੰਗਰ ਤਿਆਰ ਹੈ, ਤੇ ਪ੍ਰਸ਼ਾਦ ਦੇਗ ਪ੍ਰਾਪਤ ਕਰਕੇ ਫਿਰ ਪ੍ਰੇਮ ਸਹਿਤ ਗੁਰੂ ਕੇ ਲੰਗਰਾਂ ਵਿੱਚ ਹਾਜ਼ਰੀ ਲਾਉਣੀ। ਹੋਈਆਂ ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।